ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ मैं तक्की तो सरणाए जियो। मैं आशा रखी चित्त में मेरा सब दुख गवाए जियो। सुनी अरदास सुआमी मेरे सर्ब कला बन आई। प्रगट भई सगले जुग अंतर गुरु नानक की वडियाई। कृपा करो दीन के दाते मेरा गुण अवगुण ना विचारो कोई। माटी का क्या धोपै स्वामी मानस की गत एही। सतनाम वाहिगुरु साहिब जी। गौड़ी ग्वारेरी महला पंजवा। प्राणी जानै एह तन मेरा बहुर बहुर वाहूं लपटेरा। प्राणी जानै एहो तन मेरा बहुर बहुर वाहूं लपटेरा। पुत्र कलत्र गृहस्थ का फासा होन न पाइयै राम के दासा। कावन सो विद जित राम गुण गाए कावन सो मत जित तरੈ एह माए। रहाओ जो भलाई सो बुरा जानै साच कहै सो बिखै समानै। जानै नाहि जीत अर हार एहो बलेवा साकत संसार। जो हलाहल सो पीवै बौरा जो हलाहल सो पीवै बौरा। अमृत नाम जानै कर कौरा। साध संग कै नाहि नेर लख 84 भ्रमता फेर। एकै जाल फहाए पंखी रस रस भोग करहे बहुरंगी। कहो नानक जिस भये कृपाल गुर पूरै ताके काटे जाल। कहो नानक जिस भये कृपाल गुर पूरै ताके काटे जाल। वाहिगुरु जी का खालसा वाहिगुरु जी की फतेह। जुगो जुग अटल चाबर तख्त दे मालक दो जहान दे वाली लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही कृपा की है। अमृत वेले दे खुले दर्शन दीदारे बख्शे हैं। आओ अमृत वेले की संभाल करते हुए
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 190 ਅੰਗ ਤੇ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਜੀਵ ਨੂੰ ਸਮਝਾ ਰਹੇ ਹਨ ਕਿ ਇਹ ਇਸ ਸਰੀਰ ਦਾ ਬੜਾ ਮਾਣ ਕਰਦਾ ਹੈ। ਮਹਾਰਾਜ ਜੀ ਇਸ ਨੂੰ ਸਮਝਾ ਰਹੇ ਹਨ, ਪ੍ਰਾਣੀ ਜਾਣਾ ਇਹ ਤਨ ਮੇਰਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਪ੍ਰਾਣ ਧਾਰੀ ਜੀਵ ਜਾਣਦਾ ਹੈ ਕਿ ਇਹ ਤਨ, ਇਹ ਸਰੀਰ ਮੇਰਾ ਹੈ। ਇਹੀ ਸਮਝਦਾ ਹੈ ਇਹ ਜੋ ਪ੍ਰਾਣ ਧਾਰੀ ਜੀਵ ਹੈ, ਜਿਸ ਦੇ ਵਿੱਚ ਪ੍ਰਾਣ ਚੱਲ ਰਹੇ ਹਨ, ਸਵਾਸ ਚੱਲ ਰਹੇ ਹਨ, ਇਹ ਜੀਵ ਇਹ ਸਮਝਦਾ ਹੈ ਕਿ ਇਹ ਸਰੀਰ ਮੇਰਾ ਹੀ ਹੈ। ਬਹੁਰ ਬਹੁਰ ਉਆਹੂੰ ਲਪਟੇਰਾ, ਬਹੁਰ ਬਹੁਰ ਮੁੜ ਮੁੜ ਕੇ ਇਸ ਸਰੀਰ ਨਾਲ ਹੀ ਲਪਟਿਆ ਰਹਿੰਦਾ ਹੈ, ਖਚਿਤ ਹੋਇਆ ਰਹਿੰਦਾ ਹੈ। ਸਰੀਰ ਦੁਆਰਾ ਵਿਸ਼ਿਆਂ ਵਿੱਚ ਖਚਿਤ ਹੋਇਆ ਰਹਿੰਦਾ ਹੈ, ਲਪਟਿਆ ਰਹਿੰਦਾ ਹੈ। ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਫਿਰ ਕਹਿੰਦਾ ਹੈ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰੀ ਕਲੱਤਰ ਇਸਤਰੀ ਹੈ। ਇਉਂ ਗ੍ਰਿਸਤ ਦਾ ਫਾਸਾ, ਗ੍ਰਿਸਤ ਦਾ ਫਾਹਾ ਪਿਆ ਹੋਇਆ ਹੈ, ਗ੍ਰਿਸਤ ਵਿੱਚ ਫਸਿਆ ਪਿਆ ਹੈ। ਹੋਣ ਨਾ ਪਾਈਐ ਰਾਮ ਕੇ ਦਾਸਾ, ਇਸ ਕਰਕੇ ਪਰਮੇਸ਼ਰ ਦੇ ਸੇਵਕ ਹੋਣਾ ਨਹੀਂ ਪਾਉਂਦਾ ਕਿ ਇਸ ਗ੍ਰਿਸ਼ਤੀ ਮਾਰਗ ਦੇ ਵਿੱਚ ਫਸ ਕੇ ਪੁੱਤਰਾਂ ਧੀਆਂ ਦੇ ਨਾਲ ਮੋਹ ਪਿਆਰ ਪਾ ਕੇ ਹੋਣ ਨਾ ਪਾਈਐ ਰਾਮ ਕੇ ਦਾਸਾ, ਇਸ ਕਰਕੇ ਰਾਮ ਰਮੇ ਹੋਏ ਪਰਮੇਸ਼ਰ ਦੇ ਸੇਵਕ ਹੋਣਾ ਨਹੀਂ ਪਾਉਂਦਾ, ਭਾਵ ਰਾਮ ਦਾ ਸੇਵਕ ਨਹੀਂ ਬਣਿਆ ਜਾਂਦਾ। ਪ੍ਰਾਣੀ ਜਾਣਾ ਇਹੋ ਤਨ ਮੇਰਾ, ਬਹੁਰ ਬਹੁਰ ਉਆਹੂੰ ਲਪਟੇਰਾ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਐ ਰਾਮ ਕੇ ਦਾਸਾ। ਪੂਰਾ ਸ਼ਬਦ ਹੈ 4 ਪੰਗਤੀਆਂ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਪ੍ਰਾਣੀ ਜਾਣੈ, ਪ੍ਰਾਣ ਧਾਰੀ ਜੀਵ ਜਾਣਦਾ ਹੈ, ਸਮਝਦਾ ਹੈ ਇਹ ਤਨ ਮੇਰਾ, ਕਿ ਇਹ ਤਨ, ਇਹ ਸਰੀਰ ਮੇਰਾ ਹੀ ਹੈ ਬਸ। ਬਹੁਰ ਬਹੁਰ ਉਆਹੂੰ ਲਪਟੇਰਾ, ਬਹੁਰ ਬਹੁਰ ਮੁੜ ਮੁੜ ਕੇ ਇਸ ਸਰੀਰ ਨਾਲ ਹੀ ਲਪਟਿਆ ਰਹਿੰਦਾ ਹੈ, ਖਚਿਤ ਹੋਇਆ ਰਹਿੰਦਾ ਹੈ। ਸਰੀਰ ਤੇ ਹੀ ਸੁਗੰਧੀਆਂ ਵਗੈਰਾ ਲਾ ਕੇ ਤੇ ਇਸੇ ਨੂੰ ਪਾਲਣ ਪੋਸ਼ਣ ਤੇ ਲੱਗਿਆ ਹੋਇਆ ਹੈ। ਚੰਗੇ ਖਾਣੇ ਖਾ ਖਾ ਕੇ ਤੇ ਇਸ ਦੀ ਸਜਾਵਟ ਕਰਨ ਤੇ ਖਚਿਤ ਹੋਇਆ ਰਹਿੰਦਾ ਹੈ। ਸਰੀਰ ਦੁਆਰਾ ਵਿਸ਼ਿਆਂ ਵਿੱਚ ਖਚਿਤ ਹੋਇਆ ਰਹਿੰਦਾ ਹੈ, ਲਪਟਿਆ ਰਹਿੰਦਾ ਹੈ। ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਫਿਰ ਇਹ ਕਹਿੰਦਾ ਹੈ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰੀ ਕਲੱਤਰ ਇਸਤਰੀ ਹੈ। ਇਉਂ ਗ੍ਰਿਸਤ ਦਾ ਫਾਹਾ ਪਿਆ ਹੋਇਆ ਹੈ, ਗ੍ਰਿਸਤ ਵਿੱਚ ਫਸਿਆ ਪਿਆ ਹੈ। ਹੋਣ ਨਾ ਪਾਈਐ ਰਾਮ ਕੇ ਦਾਸਾ, ਕਿ ਗ੍ਰਿਸਤ ਦੇ ਵਿੱਚ ਫਸਿਆ ਹੋਣ ਕਰਕੇ ਰਮੇ ਹੋਏ ਪਰਮੇਸ਼ਰ ਦਾ ਸੇਵਕ ਹੋਣਾ ਨਹੀਂ ਪਾਈਦਾ, ਭਾਵ ਰਾਮ ਦਾ ਸੇਵਕ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਨਹੀਂ ਬਣਿਆ ਜਾਂਦਾ। ਕਾਵਨ ਸੋ ਵਿਦ ਜਿਤ ਰਾਮ ਗੁਣ ਗਾਏ, ਮਹਾਰਾਜ ਜੀ ਸਮਝਾ ਰਹੇ ਹਨ, ਕਾਵਨ ਸੋ ਵਿਦ ਜਿਤ ਰਾਮ ਗੁਣ ਗਾਏ। ਹੇ ਸਤਿਗੁਰੂ ਜੀ, ਫਿਰ ਉਹ ਕਾਵਨ, ਉਹ ਕਿਹੜੀ ਸ੍ਰੇਸ਼ਟ ਜੁਗਤੀ ਹੈ ਜਿਸ ਕਰਕੇ ਪਰਮੇਸ਼ਰ ਦੇ ਗੁਣ ਗਾਏ ਜਾਣ। ਤੁਸੀਂ ਕਹਿੰਦੇ ਹੋ ਕਿ ਇਹ ਗ੍ਰਿਸਤ ਦੇ ਵਿੱਚ ਫਸਿਆ ਹੋਇਆ
ਪਰਮੇਸ਼ਰ ਦਾ ਸੇਵਕ ਨਹੀਂ ਬਣਦਾ, ਸੇਵਕ ਬਣਨਾ ਨਹੀਂ ਕਰਦਾ। ਕਿ ਸਤਿਗੁਰੂ ਜੀ ਕਾਵਨ ਸੋ ਵਿਦ ਜਿਤ ਰਾਮ ਗੁਣ ਗਾਏ, ਉਹ ਕਾਵਨ ਕਿਹੜੀ ਸ੍ਰੇਸ਼ਟ ਜੁਗਤੀ ਸ੍ਰੇਸ਼ਟ ਬੁੱਧੀ ਹੈ, ਜਿਸ ਕਰਕੇ ਪਰਮੇਸ਼ਰ ਦੇ ਰਾਮ ਦੇ ਗੁਣ ਗਾਏ ਜਾਣ। ਉਹ ਸ੍ਰੇਸ਼ਟ ਜੁਗਤੀ ਹੀ ਹੈ ਜਿਸ ਕਰਕੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ। ਕਾਵਨ ਸੋ ਮਤ ਜਿਤ ਤਰੈ ਇਹ ਮਾਇ ਰਹਾਉ, ਕਾਵਨ ਸੋ ਮਤ ਜਿਤ ਤਰੈ ਇਹ ਮਾਏ, ਕਿ ਉਹ ਕਾਵਨ ਕਿਹੜੀ ਸ੍ਰੇਸ਼ਟ ਮਤ ਹੈ ਜਿਸ ਕਰਕੇ ਜੀਵ ਦਾ ਮਨ ਇਹ ਮਾਇਆ ਤੋਂ ਤਰ ਜਾਵੇ, ਮਾਇਆ ਤੋਂ ਉਧਰ ਜਾਵੇ, ਉਧਾਰ ਬਚ ਜਾਵੇ। ਉਹ ਸ੍ਰੇਸ਼ਟ ਮਤ ਹੀ ਹੈ ਜਿਸ ਕਰਕੇ ਇਹ ਮਾਇਆ ਤੋਂ ਤਰ ਜਾਏਗਾ। ਰਹਾਉ ਅੱਗੇ ਮਾਇਆ ਵਿੱਚ ਫਸੇ ਜੀਵ ਦੀ ਹਾਲਤ ਦੱਸਦੇ ਹਨ। ਪਿੱਛੇ ਪਰਿਵਾਰ ਵਿੱਚ ਫਸੇ ਦੀ ਹਾਲਤ ਦੱਸੀ ਹੈ, ਹੁਣ ਅੱਗੇ ਜਿਹੜਾ ਮਾਇਆ ਦੇ ਵਿੱਚ ਫਸਿਆ ਹੈ ਉਸ ਦੀ ਹਾਲਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਦੇ ਹਨ। ਜੋ ਭਲਾਈ ਸੋ ਬੁਰਾ ਜਾਣੈ, ਇਹ ਜੀਵ ਦਾ ਸੁਭਾਅ ਹੈ ਕਿ ਜੋ ਇਸ ਦੀ ਭਲਾਈ, ਜੋ ਇਸ ਦੀ ਭਲਾਈ ਕਰੀਏ, ਚੰਗਾ ਕਰੀਏ, ਉਸ ਨੂੰ ਇਹ ਬੁਰਾ ਜਾਣਦਾ ਹੈ। ਜੋ ਭਲਾਈ ਸੋ ਬੁਰਾ ਜਾਣੈ, ਇਸ ਜੀਵ ਦਾ ਸੁਭਾਅ ਹੀ ਹੈ ਕਿ ਜੇ ਇਸ ਦੀ ਭਲਾਈ, ਜੇ ਇਸ ਦਾ ਚੰਗਾ ਕਰੀਏ ਤਾਂ ਉਸ ਨੂੰ ਇਹ ਬੁਰਾ ਜਾਣਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਭਲਾ ਕਰਨਾ ਚਾਹੁੰਦਾ ਹੈ ਇਸ ਜੀਵ ਦਾ, ਉਸ ਨੂੰ ਜੀਵ ਬੁਰਾ ਕਰਕੇ ਸਮਝਦਾ ਹੈ ਪਰਮੇਸ਼ਰ ਦੇ ਚੰਗੇ ਕਰੇ ਹੋਏ ਨੂੰ। ਸਾਚ ਕਹੈ ਸੋ ਬਿਖੈ ਸਮਾਨੈ, ਜੇਕਰ ਸੱਚ ਕਹਿ ਦਈਏ, ਸਾਚ ਕਹੈ, ਜੇਕਰ ਸੱਚ ਕਹਿ ਦਈਏ ਕਿ ਤੂੰ ਇੱਕ ਦਿਨ ਮਰਨਾ ਹੈ, ਸੋ ਬਿਖੈ ਸਮਾਨੈ, ਉਹ ਗੱਲ ਇਸ ਨੂੰ ਬਿਖੈ ਜ਼ਹਿਰ ਸਮਾਨ ਲੱਗਦੀ ਹੈ। ਸਾਚ ਕਹੈ ਸੋ ਬਿਖੈ ਸਮਾਨੈ, ਜੇਕਰ ਇਸ ਜੀਵ ਨੂੰ ਸੱਚ ਕਹਿ ਦਈਏ ਕਿ ਤੂੰ ਇੱਕ ਦਿਨ ਜ਼ਰੂਰ ਮਰਨਾ ਹੈ, ਸੋ ਬਿਖੈ ਸਮਾਨੈ, ਸੋ ਉਹ ਗੱਲ ਇਸ ਨੂੰ, ਬਿਖੈ ਹੁੰਦਾ ਜ਼ਹਿਰ ਦੇ ਸਮਾਨ ਲੱਗਦੀ ਹੈ। ਜਾਣੈ ਨਾਹੀ ਜੀਤ ਅਰ ਹਾਰ, ਇਹ ਜਾਣਦਾ ਨਹੀਂ ਹੈ ਕਿ ਪਰਮੇਸ਼ਰ ਦਾ ਭਜਨ ਸਿਮਰਨ ਕਰਕੇ ਮੇਰੀ ਸੰਸਾਰ ਤੋਂ ਜਿੱਤ ਹੋਵੇਗੀ। ਜਾਣੈ ਨਾਹੀ ਜੀਤ ਅਰ ਹਾਰ, ਇਹ ਜਾਣਦਾ ਨਹੀਂ ਹੈ ਕਿ ਪਰਮੇਸ਼ਰ ਦਾ ਭਜਨ ਸਿਮਰਨ ਕਰਕੇ ਮੇਰੀ ਸੰਸਾਰ ਤੋਂ ਜੀਤ ਅਰ ਹਾਰ, ਜੀਤ ਹੋਵੇਗੀ, ਅਰ ਅਤੇ ਔਗਣਾਂ ਵਿੱਚ ਲੱਗਣ ਕਰਕੇ ਮੇਰੀ ਹਾਰ ਹੋਵੇਗੀ। ਭਾਵ ਮਨੁੱਖ ਦੀ ਸਫਲਤਾ ਅਤੇ ਅਸਫਲਤਾ ਨਹੀਂ ਜਾਣਦਾ ਕਿ ਇਸ ਨੇ ਸਫਲ ਕਿਵੇਂ ਹੋਣਾ ਹੈ ਜਾਂ ਸਫਲ ਕਿਵੇਂ ਨਹੀਂ ਹੋਣਾ, ਇਸ ਗੱਲ ਨੂੰ ਨਹੀਂ ਸਮਝਦਾ। ਇਹੋ ਬਲੇਵਾ ਸਾਕਤ ਸੰਸਾਰ, ਇਹੋ ਜਿਹਾ ਸਾਕਤ ਕਠੋਰ ਚਿੱਤ ਵਾਲੇ ਪੁਰਸ਼ਾਂ ਦਾ ਸੰਸਾਰ ਵਿੱਚ, ਜਗਤ ਵਿੱਚ ਬਲੇਵਾ ਹੁੰਦਾ ਹੈ, ਵਰਤ ਵਰਤਾਵਾ ਹੈ। ਸੰਸਾਰ ਵਿੱਚ ਇਹ ਸਾਕਤ ਪੁਰਸ਼ ਬਲੇਵਾ ਮੂਰਖ ਹੈ। ਇਹ ਹਰ ਵਕਤ ਸੰਸਾਰੀ ਪਦਾਰਥਾਂ ਦੇ ਇਕੱਠੇ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਜੋ ਹਲਾਹਲ ਸੋ ਪੀਵੈ ਬੋਰਾ, ਹਲਾਹਲ ਜ਼ਹਿਰ ਨੂੰ ਕਿਹਾ ਹੈ ਕਿ ਪ੍ਰਤੱਖ ਜਿਹੜੀ ਹਲਾਹਲ ਜ਼ਹਿਰ ਰੂਪ ਸ਼ਰਾਬ ਹੈ, ਉਸ ਨੂੰ ਪੀ ਕਰਕੇ ਬੌਰਾ ਕਮਲਾ ਹੋਇਆ ਫਿਰਦਾ ਹੈ। ਜੋ ਹਲਾਹਲ ਸੋ ਪੀਵੈ ਬੌਰਾ, ਕਿ ਪ੍ਰਤੱਖ ਜਿਹੜੀ ਹਲਾਹਲ ਜ਼ਹਿਰ ਰੂਪ ਸ਼ਰਾਬ ਹੈ, ਉਸ ਨੂੰ ਪੀ ਕਰਕੇ ਬੌਰਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਪਰਾਈ ਨਿੰਦਿਆ ਰੂਪੀ ਵਿਸ਼ੇ ਰੂਪੀ ਜ਼ਹਿਰ ਨੂੰ ਪੀ ਕੇ ਪਾਗਲ ਹੋਇਆ ਫਿਰਦਾ ਹੈ। ਅੰਮ੍ਰਿਤ ਨਾਮ ਜਾਣੈ ਕਰ ਕੌਰਾ, ਜੋ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਹੈ, ਅੰਮ੍ਰਿਤ ਨਾਮ ਜੋ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਹੈ, ਜਾਣੈ ਕਰ ਕੌਰਾ, ਉਸ ਨੂੰ ਕੌੜਾ ਕਰਕੇ ਜਾਣਦਾ ਹੈ। ਸਾਧ ਸੰਗ ਕੈ ਨਾਹੀ ਨੇਰ,
ਕਿ ਸਤ ਸੰਗਤ ਦੇ ਨੇਰ ਨੇੜੇ ਨਹੀਂ ਆਉਂਦਾ। ਸਾਧ ਸੰਗਤ ਦੇ ਨੇੜੇ ਨਹੀਂ ਆਉਂਦਾ। ਸਾਧ ਸੰਗ ਕੈ ਨਾਹੀ ਨੇਰ, ਕਿ ਸਾਧ ਸੰਗ ਸਤ ਸੰਗਤ ਦੇ ਨੇੜੇ ਨਹੀਂ ਆਉਂਦਾ। ਕਿ ਜੋ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਹੈ ਉਸ ਨੂੰ ਕੌੜਾ ਕਰਕੇ ਜਾਣਦਾ ਹੈ। 1,84 ਭਰਮਤਾ ਫੇਰ। ਇਸ ਪ੍ਰਕਾਰ 1,84 ਲੱਖ ਜੂਨਾਂ ਵਿੱਚ ਭਰਮਦਾ ਫਿਰਦਾ ਹੈ। ਜਦੋਂ ਸਤ ਸੰਗਤ ਦੇ ਨੇੜੇ ਨਹੀਂ ਆਉਂਦਾ, ਅੰਮ੍ਰਿਤ ਰੂਪੀ ਨਾਮ ਹੈ ਉਸ ਨੂੰ ਕੌੜਾ ਸਮਝਦਾ ਹੈ, ਉਸ ਨੂੰ ਅੰਦਰ ਗ੍ਰਹਿਣ ਨਹੀਂ ਕਰਦਾ। ਫਿਰ 1,84 ਭਰਮਤਾ ਫੇਰ 84 ਲੱਖ ਜੂਨਾਂ ਦੇ ਵਿੱਚ ਭਰਮਦਾ ਫਿਰਦਾ ਹੈ। ਭਰਮਦਾ ਹੋਇਆ ਜੰਮਣ ਮਰਨ ਵਿੱਚ ਫੇਰਿਆ, ਜੰਮਣ ਮਰਨ ਦੇ ਫੇਰਿਆਂ ਵਿੱਚ ਪਿਆ ਰਹਿੰਦਾ ਹੈ, ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਏਕੈ ਜਾਲ ਫਹਾਏ ਪੰਖੀ, ਏਕੈ ਜਾਲ ਫਹਾਏ ਪੰਖੀ। ਏਕੈ ਇੱਕ ਮਾਇਆ ਨੇ ਮੋਹ ਰੂਪੀ ਜਾਲ ਵਿੱਚ ਸਾਰੇ ਜੀਵ ਰੂਪੀ ਪੰਛੀ ਫਸਾਏ ਹੋਏ ਹਨ। ਏਕੈ ਜਾਲ ਫਸਾਏ ਪੰਖੀ, ਕਿ ਏਕੈ ਇੱਕ ਮਾਇਆ ਨੇ ਮੋਹ ਰੂਪੀ ਜਾਲ ਵਿੱਚ ਸਾਰੇ ਜੀਵ ਰੂਪੀ ਪੰਛੀ ਫਸਾਏ ਹੋਏ ਹਨ। ਰਸ ਰਸ ਭੋਗ ਕਰਹਿ ਬਹੁ ਰੰਗੀ, ਕਿ ਇਹ ਜੀਵ ਮਾਇਆ ਨੇ ਫਸਾਏ ਹੋਏ ਹੋਣ ਕਰਕੇ, ਇਸ ਕਰਕੇ ਜੀਵ ਰਸ ਹੁੰਦਾ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਵਿੱਚ ਤਦਾਕਾਰ ਹੋ ਕੇ ਰਸਾਂ ਸਵਾਦਾਂ ਦਾ ਰਸੀਆ ਹੋ ਕੇ ਕਰਹਿ ਬਹੁ ਰੰਗੀ, ਕਿ ਬਹੁ ਰੰਗੀ ਅਨੇਕਾਂ ਕੌਤਕਾਂ ਵਾਲੀ ਮਾਇਆ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਣਾ ਕਰਦਾ ਹੈ। ਕਿ ਰਸ ਰਸ ਭੋਗ ਕਰਹਿ ਬਹੁ ਰੰਗੀ। ਇਸ ਕਰਕੇ ਜੀਵ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਵਿੱਚ ਤਦਾਕਾਰ ਹੋ ਕੇ ਰਸਾਂ ਸਵਾਦਾਂ ਦਾ ਰਸੀਆ ਹੋ ਕੇ ਬਹੁ ਰੰਗੀ ਅਨੇਕਾਂ ਕੌਤਕਾਂ ਵਾਲੀ ਮਾਇਆ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਣਾ ਕਰਦਾ ਹੈ। ਕਹੋ ਨਾਨਕ ਜਿਸ ਭਏ ਕਿਰਪਾਲ। ਸਤਿਗੁਰੂ ਜੀ ਕਥਨ ਕਰਦੇ ਹਨ, ਕਹੋ ਕਹਿੰਦੇ ਹਨ, ਸਤਿਗੁਰੂ ਜੀ ਕਹੋ ਕਹਿੰਦੇ ਹਨ ਕਿ ਜਿਸ ਭਏ ਕਿਰਪਾਲ, ਜਿਸ ਜੀਵ ਉੱਪਰ ਮਹਾਰਾਜ ਆਪ ਕਿਰਪਾਲੂ ਹੋਏ ਹਨ। ਗੁਰ ਪੂਰੈ ਤਾਂ ਕੇ ਕਾਟੇ ਜਾਲ। ਪੂਰਨ ਗੁਰੂ ਸਾਹਿਬ ਜੀ ਨੇ ਤਾਂ ਉਸ ਦੇ ਮਮਤਾ ਦੇ ਜਨਮ ਮਰਨ ਆਦਿਕ ਦੇ ਜਾਲ ਫਾਸ ਕੱਟ ਦਿੱਤੇ ਹਨ, ਫਾਹੀਆਂ ਕੱਟ ਦਿੱਤੀਆਂ ਹਨ। ਇਸ ਕਰਕੇ ਪੂਰੇ ਗੁਰਾਂ ਦੀ ਸ਼ਰਨ ਵਿੱਚ ਪੈ ਕੇ ਸ੍ਰੇਸ਼ਟ ਮਤ ਧਾਰਨ ਕਰਕੇ ਉਸ ਦੇ ਗੁਣਾਂ ਨੂੰ ਗਾਉਣਾ ਕਰੇ ਤਾਂ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤੋ ਕਿਰਪਾ ਤੇ ਮਾਰਗ ਪਾਈਐ, ਕਰ ਕਿਰਪਾ ਤੇ ਨਾਮ ਧਿਆਈਐ। ਪ੍ਰਭ ਕਿਰਪਾ ਤੇ ਬੰਧਨ ਛੂਟੈ, ਤਉ ਕਿਰਪਾ ਤੇ ਹਉਮੈ ਟੂਟੈ। ਤੁਮ ਲਾਵੋ ਤੁਮ ਲਾਗਹਿ ਸੇਵ, ਹਮ ਤੇ ਕਛੂ ਨ ਹੋਵੈ ਦੇਵ ਰਹਾਉ। ਤੁਧ ਭਾਵੈ ਤਾਂ ਗਾਵਾਂ ਬਾਣੀ, ਤੁਧ ਭਾਵੈ ਤਾਂ ਸੱਚ ਸਮਾਣੀ। ਤੁਧ ਭਾਵੈ ਤਾਂ ਸਤਿਗੁਰ ਮਇਆ, ਸਰਬ ਸੁਖਾਂ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸੱਚ ਧਰਮਾ। ਸਰਬ ਨਿਧਾਨ ਗੁਣ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਮਨ ਤਨ ਨਿਰਮਲ ਹੋਏ ਹਾਰ ਰੰਗ, ਸਰਬ ਸੁਖਾਂ ਪਾਵੋ ਸਤ ਸੰਗ। ਨਾਮ ਤੇਰਾ ਰਹੈ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਜਪ ਤੇਰਾ ਰਹੈ ਮਨ ਰਾਤਾ,
ਇਹੋ ਕਲਿਆਣ ਨਾਨਕ ਕਰ ਜਾਤਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬਾਣੀ ਦੁਆਰਾ ਸਮਝਾ ਰਹੇ ਹਨ। ਗੌੜੀ ਗੁਆਰੇਰੀ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਗੌੜੀ ਰਾਗ ਦੇ ਅੰਦਰ ਗੌੜੀ ਜਾਤੀ ਦੁਆਰਾ ਸਮਝਾ ਰਹੇ ਹਨ। ਤਉ ਕਿਰਪਾ ਤੇ ਮਾਰਗ ਪਾਈਐ। ਮਹਾਰਾਜ ਜੀ ਕਹਿਣ ਲੱਗੇ, ਹੇ ਵਾਹਿਗੁਰੂ, ਤਉ ਤੇਰੀ ਕਿਰਪਾ ਤੇਰੀ ਦਇਆ ਤੋਂ ਹੀ ਭਗਤੀ ਗਿਆਨ ਸਤ ਸੰਗਤ ਬ੍ਰਹਮਕਾਰ ਬਿਰਤੀ ਰੂਪ ਰਸਤਾ ਪਾਈਦਾ ਹੈ। ਤਉ ਕਿਰਪਾ ਤੇ ਮਾਰਗ ਪਾਈਐ। ਹੇ ਵਾਹਿਗੁਰੂ, ਤਉ ਤੇਰੀ ਕਿਰਪਾ ਤੋਂ ਹੀ ਭਗਤੀ ਗਿਆਨ ਸਤ ਸੰਗਤ ਬ੍ਰਹਮਕਾਰ ਬਿਰਤੀ ਰੂਪੀ ਮਾਰਗ ਹੁੰਦਾ, ਰਸਤਾ ਪਾਈਦਾ ਹੈ। ਪ੍ਰਭ ਕਿਰਪਾ ਤੇ ਨਾਮ ਧਿਆਈਐ। ਹੇ ਪ੍ਰਭੂ ਜੀ ਪਰਮੇਸ਼ਰ ਜੀ, ਤੇਰੀ ਕਿਰਪਾ ਤੇਰੀ ਮਿਹਰ ਤੋਂ ਹੀ ਤੇਰਾ ਅੰਮ੍ਰਿਤ ਨਾਮ ਧਿਆਇਆ ਜਾਂਦਾ ਹੈ। ਪ੍ਰਭ ਕਿਰਪਾ ਤੇ ਬੰਧਨ ਛੁੱਟੈ। ਹੇ ਪ੍ਰਭੂ, ਤੇਰੀ ਕਿਰਪਾ ਤੋਂ ਹੀ ਜੰਮਣ ਮਰਨ ਰੂਪੀ ਕਰਤਾ ਭੋਗਤਾ ਆਦਿਕ ਦੇ ਬੰਧਨ ਛੁੱਟਦੇ ਹਨ, ਖੁੱਲ੍ਹਦੇ ਹਨ। ਤਉ ਕਿਰਪਾ ਤੇ ਹਉਮੈ ਟੂਟੈ। ਤਉ ਤੇਰੀ ਕਿਰਪਾ ਤੇਰੀ ਮਿਹਰ ਤੋਂ ਹੀ ਹਉਮੈ ਹੰਗਤਾ ਮਮਤਾ ਦਾ ਪਰਦਾ ਟੁੱਟਦਾ ਹੈ। ਤਉ ਕਿਰਪਾ ਤੇ ਮਾਰਗ ਪਾਈਐ। ਪ੍ਰਭ ਕਿਰਪਾ ਤੇ ਨਾਮ ਧਿਆਈਐ। ਪ੍ਰਭ ਕਿਰਪਾ ਤੇ ਬੰਧਨ ਛੁੱਟੈ। ਤਉ ਕਿਰਪਾ ਤੇ ਹਉਮੈ ਟੁੱਟੈ। ਕਿ ਹੇ ਵਾਹਿਗੁਰੂ, ਤੇਰੀ ਕਿਰਪਾ ਤੋਂ ਹੀ ਭਗਤੀ ਦਾ ਗਿਆਨ ਦਾ ਸਤ ਸੰਗਤ ਦਾ ਬ੍ਰਹਮਕਾਰ ਬਿਰਤੀ ਦਾ ਜਿਹੜਾ ਰਸਤਾ ਪਾਈਦਾ ਹੈ। ਪ੍ਰਭ ਕਿਰਪਾ ਤੇ ਨਾਮ ਧਿਆਈਐ। ਹੇ ਪ੍ਰਭੂ ਜੀ, ਤੇਰੀ ਕਿਰਪਾ ਤੇਰੀ ਮਿਹਰ ਤੋਂ ਹੀ ਤੇਰਾ ਅੰਮ੍ਰਿਤ ਨਾਮ ਧਿਆਇਆ ਜਾਂਦਾ ਹੈ। ਪ੍ਰਭ ਕਿਰਪਾ ਤੇ ਬੰਧਨ ਛੂਟੈ। ਹੇ ਪ੍ਰਭੂ, ਤੇਰੀ ਕਿਰਪਾ ਤੋਂ ਹੀ ਜੰਮਣ ਮਰਨ ਰੂਪ ਕਰਤਾ ਭੋਗਤਾ ਆਦਿ ਦੇ ਬੰਧਨ ਛੁੱਟਦੇ ਹਨ, ਖੁੱਲ੍ਹਦੇ ਹਨ। ਤਉ ਕਿਰਪਾ ਤੇ ਹਉਮੈ ਟੂਟੈ। ਤੇਰੀ ਕਿਰਪਾ ਤੇਰੀ ਮਿਹਰ ਤੋਂ ਹੀ ਹੰਗਤਾ ਮਮਤਾ ਦਾ ਪਰਦਾ ਟੁੱਟਦਾ ਹੈ। ਤੁਮ ਲਾਵੋ ਤੁਮ ਲਾਗਹਿ ਸੇਵ। ਹੇ ਵਾਹਿਗੁਰੂ, ਜੇਕਰ ਤੁਸੀਂ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਕੇ ਆਪਣੀ ਸੇਵਾ ਆਪਣੀ ਭਜਨ ਬੰਦਗੀ ਵਿੱਚ ਲਾਵੋ ਲਾਉਣਾ ਕਰੋ, ਤਉ ਲਾਗਾ ਸੇਵ। ਤਉ ਤਾਂ ਹੀ ਅਸੀਂ ਟਹਿਲ ਭਜਨ ਬੰਦਗੀ ਵਿੱਚ ਲਾਗਾ ਲੱਗਾਂਗੇ। ਕਿ ਹਮ ਤੇ ਕਛੂ ਨਾ ਹੋਵੈ ਦੇਵ। ਹੇ ਦੇਵ ਪ੍ਰਕਾਸ਼ ਸਰੂਪ ਪਰਮੇਸ਼ਰ, ਸਾਡੇ ਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ। ਜੇਕਰ ਤੁਸੀਂ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਕੇ ਆਪਣੀ ਸੇਵਾ ਭਗਤੀ ਭਜਨ ਬੰਦਗੀ ਵਿੱਚ ਲਾਉਣਾ ਕਰੋਗੇ, ਤਾਂ ਹੀ ਅਸੀਂ ਟਹਿਲ ਭਜਨ ਬੰਦਗੀ ਵਿੱਚ ਲੱਗਾਂਗੇ। ਕਿ ਹੇ ਦੇਵ ਪ੍ਰਕਾਸ਼ ਰੂਪ ਪਰਮੇਸ਼ਰ, ਸਾਡੇ ਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਤੁਧ ਭਾਵੈ ਤਾਂ ਗਾਵਾਂ ਬਾਣੀ। ਹੇ ਵਾਹਿਗੁਰੂ, ਜੇਕਰ ਤੁਧ ਤੁਹਾਨੂੰ ਨਿਸ਼ਕਾਮ ਕਰਮ ਭਾ ਜਾਣ, ਚੰਗੇ ਲੱਗ ਜਾਣ, ਤਾਂ ਹੀ ਅਸੀਂ ਤੇਰੀ ਨਾਮ ਰੂਪੀ ਬਾਣੀ ਨੂੰ ਗਾਉਣਾ ਕਰੀਏ। ਤੁਧ ਭਾਵੈ ਤਾਂ ਗਾਵਾ ਬਾਣੀ। ਹੇ ਵਾਹਿਗੁਰੂ, ਜੇਕਰ ਤੁਧ ਤੁਹਾਨੂੰ ਨਿਸ਼ਕਾਮ ਕਰਮ ਭਾ ਜਾਣ, ਤਦ ਹੀ ਅਸੀਂ ਤੇਰੀ ਨਾਮ ਰੂਪੀ ਬਾਣੀ ਨੂੰ ਗਾਉਣਾ ਕਰੀਏ। ਤੁਧ ਭਾਵੈ ਤਾਂ ਸੱਚ ਬਖਾਣੀ। ਜੇਕਰ ਤੁਧ ਤੈਨੂੰ ਭਾ ਜਾਈਏ, ਚੰਗੇ ਲੱਗੀਏ, ਤਦ ਹੀ ਅਸੀਂ ਤੇਰੇ ਸੱਚੇ ਨਾਮ ਦਾ ਕਥਨ ਕਰੀਏ। ਸੱਚ ਬਖਾਣੀ, ਸੱਚ ਬੋਲਣਾ ਕਰੀਏ। ਤੁਧ ਭਾਵੈ ਤਾਂ ਸਤਿਗੁਰ ਮਇਆ। ਹੇ ਵਾਹਿਗੁਰੂ, ਜੇ ਤੈਨੂੰ ਭਾ ਜਾਵੇ, ਤਦ ਹੀ ਸਤਿਗੁਰੂ ਸਾਹਿਬ ਜੀ ਦੀ ਮਾਇਆ ਕਿਰਪਾ ਹੁੰਦੀ ਹੈ। ਮਾਇਆ ਦਾ ਭਾਵ ਹੁੰਦਾ ਕਿਰਪਾ। ਕਿ ਹੇ ਵਾਹਿਗੁਰੂ, ਜੇ ਤੈਨੂੰ ਭਾ ਜਾਏ, ਚੰਗਾ ਲੱਗੇ, ਤਦ ਹੀ ਸਤਿਗੁਰੂ ਸਾਹਿਬ ਜੀ ਦੀ ਮਾਇਆ ਕਿਰਪਾ ਹੁੰਦੀ ਹੈ। ਸਰਬ ਸੁੱਖਾ ਪ੍ਰਭ ਤੇਰੀ ਦਇਆ।
हे प्रभु परमेश्वर सर्ब सारे सुख तुहाडी दयालता विच ही प्राप्त हुंदे हन। सोडी जे दयालता हो जावे तां ही सारे सुख प्राप्त हुंदे हन। जो तुद भावै सो निर्मल कर्मा। हे वाहिगुरू ਜਿਹੜੇ ਤੁਹਾਨੂੰ ਭਾ ਜਾਂਦੇ ਹਨ, ਜਿਹੜੇ ਤੁਹਾਨੂੰ ਚੰਗੇ ਲੱਗਦੇ ਹਨ, ਸੋ ਨਿਰਮਲ ਕਰਮਾਂ, ਸੋ ਉਹ ਨਿਰਮਲ ਉਜਲ ਕਰਮਾਂ ਵਾਲੇ ਹੋ ਜਾਂਦੇ ਹਨ। ਜੋ ਤੁਧ ਭਾਵੈ ਸੋ ਸੱਚ ਧਰਮਾ। ਜਿਹੜੇ ਤੁਹਾਨੂੰ ਭਾ ਜਾਂਦੇ ਹਨ ਉਹ ਸੱਚੇ ਧਰਮ ਵਾਲੇ ਪੁਰਖ ਹਨ। ਸਰਬ ਨਿਧਾਨ ਗੁਣ ਤੁਮ ਹੀ ਪਾਸ। ਹੇ ਵਾਹਿਗੁਰੂ ਸਰਬ ਸਾਰੇ ਪਰੋਖ ਅਪਰੋਖ ਗਿਆਨ ਆਦਿਕ ਦੇ ਖਜ਼ਾਨੇ ਅਤੇ ਸਤ ਸੰਤੋਖ ਦਇਆ ਧਰਮ ਆਦਿਕ ਸੋਭ ਗੁਣ ਤੁਮ ਹੀ ਪਾਸ, ਤੁਹਾਡੇ ਹੀ ਪਾਸ, ਤੁਹਾਡੇ ਹੀ ਕੋਲ ਹਨ। ਤੂੰ ਸਾਹਿਬ ਸੇਵਕ ਅਰਦਾਸ, ਤੂੰ ਹੀ ਸਾਰਿਆਂ ਦਾ ਸਾਹਿਬ ਮਾਲਕ ਹੈ। ਸਾਡੀ ਸੇਵਕ ਸਾਡੀ ਦਾਸਾਂ ਦੀ ਤਾਂ ਤੁਹਾਡੇ ਅੱਗੇ ਅਰਦਾਸ ਹੈ, ਤੁਹਾਡੇ ਅੱਗੇ ਬੇਨਤੀ ਹੈ ਜੀ। ਮਨ ਤਨ ਨਿਰਮਲ ਹੋਏ ਹਰ ਰੰਗ। ਹੇ ਹਰੀ ਆਪ ਜੀ ਦਾ ਰੰਗ, ਆਪ ਜੀ ਦਾ ਪ੍ਰੇਮ ਸਾਨੂੰ ਲੱਗ ਜਾਵੇ ਤਾਂ ਸਾਡਾ ਮਨ ਤੇ ਤਨ ਨਿਰਮਲ ਹੋ ਜਾਏਗਾ, ਉਜਲ ਹੋ ਜਾਏਗਾ, ਨਿਰਮਲ ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਏਗਾ। ਇਸ ਲਈ ਸਰਬ ਸੁੱਖਾਂ ਪਾਵੋ ਸਤ ਸੰਗ। ਇਸ ਲਈ ਤੁਸੀਂ ਕਿਰਪਾ ਕਰਕੇ ਸਾਨੂੰ ਸਤ ਸੰਗ ਬਖਸ਼ੋ, ਕਿਉਂਕਿ ਸਾਰੇ ਸੁੱਖ ਤੁਹਾਡੀ ਸਤ ਸੰਗਤ ਦੇ ਵਿੱਚੋਂ ਹੀ ਪਾਈਦੇ ਹਨ। ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਹੈ ਵਾਹਿਗੁਰੂ ਤੁਸੀਂ ਕਿਰਪਾ ਕਰੋ ਜਿਸ ਕਰਕੇ ਸਾਡਾ ਮਨ ਹਰ ਵੇਲੇ ਤੇਰਾ ਤੁਹਾਡੇ ਅੰਮ੍ਰਿਤ ਨਾਮ ਵਿੱਚ ਰਾਤਾ ਰੰਗਿਆ ਜਾਵੇ। ਸਤਿਗੁਰੂ ਜੀ ਕਥਨ ਕਰਦੇ ਹਨ, ਇਹੋ ਕਲਿਆਣ ਨਾਨਕ ਕਰ ਜਾਤਾ, ਕਿ ਹੇ ਪਰਮੇਸ਼ਰ ਤੇਰੇ ਇਹ ਨਾਮ ਕਰਕੇ ਹੀ ਕਲਿਆਣ ਹੋਣੀ ਹੈ, ਮੁਕਤੀ ਹੋਣੀ ਹੈ। ਅਸੀਂ ਤਾਂ ਨਾਮ ਨੂੰ ਹੀ ਮੁਕਤੀ ਦਾ ਸਾਧਨ ਕਰਕੇ ਜਾਣਿਆ ਹੈ। ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਹੇ ਵਾਹਿਗੁਰੂ ਤੁਸੀਂ ਕਿਰਪਾ ਕਰੋ ਜਿਸ ਕਰਕੇ ਸਾਡਾ ਮਨ ਹਰ ਵੇਲੇ ਤੁਹਾਡੇ ਅੰਮ੍ਰਿਤ ਨਾਮ ਵਿੱਚ ਰੰਗਿਆ ਜਾਵੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਤੇਰੇ ਇਹ ਨਾਮ ਕਰਕੇ ਹੀ ਕਲਿਆਣ ਹੋਣੀ ਹੈ, ਮੁਕਤੀ ਹੋਣੀ ਹੈ। ਅਸੀਂ ਤਾਂ ਨਾਮ ਨੂੰ ਹੀ ਮੁਕਤੀ ਦਾ ਸਾਧਨ ਕਰਕੇ ਜਾਣਿਆ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਆਨ ਰਸਾ ਜੀਤੇ ਹੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ, ਚਾਲਤ ਹੋਏ ਰਹੇ ਬਿਸਮਾਦ। ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ। ਸਾਹਿਬ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਸਨਾ ਦੇ ਤਾਂ ਹੀ ਸਿੱਖਿਆ ਦਿੰਦੇ ਹੋਏ ਉਪਦੇਸ਼ ਕਥਨ ਕਰਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਰਸਨਾ ਦੇ ਤਾਂ ਹੀ ਜਿਹਬਾ ਦੇ ਤਾਂ ਹੀ ਸਿੱਖਿਆ ਦਿੰਦੇ ਹੋਏ ਉਪਦੇਸ਼ ਕਥਨ ਕਰਦੇ ਹਨ। ਆਨ ਰਸਾ ਜੇਤੇ ਤੈਂ ਚਾਖੇ। ਮਹਾਰਾਜ ਜੀ ਕਹਿਣ ਲੱਗੇ ਹੇ ਰਸਨਾ, ਆਨ ਹੁੰਦਾ ਹੋਰ, ਖੱਟੇ ਮਿੱਠੇ ਕੌੜੇ ਕਸੈਲੇ ਅਤੇ 36 ਪ੍ਰਕਾਰ ਦੇ ਰਸਦਾਇਕ ਭੋਜਨਾਂ ਦੇ ਸਵਾਦਾਂ ਨੂੰ ਤੂੰ ਚਖਣਾ ਕੀਤਾ ਹੈ। ਆਨ ਰਸਾ ਜੇਤੇ ਤੈਂ ਚਾਖੇ। ਹੇ ਰਸਨਾ, ਆਨ ਹੁੰਦਾ ਹੋਰ, ਖੱਟੇ ਮਿੱਠੇ ਕੌੜੇ ਕਸੈਲੇ ਅਤੇ 36 ਪ੍ਰਕਾਰ ਦੇ ਰਸਦਾਇਕ ਭੋਜਨਾਂ ਦੇ ਸਵਾਦਾਂ ਨੂੰ ਤੂੰ ਚਖਣਾ ਕੀਤਾ ਹੈ। ਕਿ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਉਹਨਾਂ ਸਵਾਦਾਂ ਤੋਂ ਨਿਮਖ ਮਾਤਰ, ਅੱਖ ਦੇ ਝਮਕੜ ਜਿੰਨਾ ਸਮਾਂ ਭਾਵ ਥੋੜ੍ਹੇ ਮਾਤਰ ਵੀ ਤੇਰੀ
ਤ੍ਰਿਸ਼ਨਾ ਤੇਰੀ ਇੱਛਾ ਨਹੀਂ ਲੈਂਦੀ, ਇੱਛਾ ਨਿਵਰਤ ਨਹੀਂ ਹੁੰਦੀ। ਕਿਤਨੇ ਹੀ ਤੂੰ ਖੱਟੇ ਮਿੱਠੇ ਕੌੜੇ ਕਸੈਲੇ 36 ਪ੍ਰਕਾਰ ਦੇ ਜਿਹੜੇ ਰਸਦਾਇਕ ਭੋਜਨ ਹਨ ਉਹਨਾਂ ਨੂੰ ਚੱਖਦੀ ਹੈ, ਉਹਨਾਂ ਸਵਾਦਾਂ ਤੋਂ ਇੱਕ ਨਿਮਖ ਮਾਤਰ ਅੱਖ ਦੇ ਝਮਕਣ ਜਿੰਨਾ ਸਮਾਂ ਭਾਵ ਥੋੜ੍ਹੇ ਮਾਤਰ ਤੇਰੀ ਤ੍ਰਿਸ਼ਨਾ ਨਹੀਂ ਲੈਂਦੀ, ਤੇਰੀ ਤ੍ਰਿਸ਼ਨਾ ਨਿਵਰਤ ਨਹੀਂ ਹੁੰਦੀ। ਹਰ ਰਸ ਕਾ ਤੂੰ ਚਾਖੇ ਸਾਧ। ਮਹਾਰਾਜ ਜੀ ਕਹਿਣ ਲੱਗੇ ਹਰ ਰਸ ਕਾ ਤੂੰ ਚਾਖੇ ਸਾਧ। ਹੇ ਰਸਨਾ, ਜੇ ਤੂੰ ਪਰਮੇਸ਼ਰ ਦੇ ਰਸ, ਪਰਮੇਸ਼ਰ ਦੇ ਨਾਮ ਰਸ ਦਾ ਸਵਾਦ ਚਖਣਾ ਕਰੇ। ਹਰ ਰਸ ਕਾ ਤੂੰ ਚਾਖੇ ਸਾਧ। ਹੇ ਰਸਨਾ, ਜੇ ਤੂੰ ਹਰ ਹੁੰਦਾ ਹਰੀ ਪਰਮੇਸ਼ਰ ਦੇ ਨਾਮ ਰਸ ਦਾ ਸਵਾਦ ਚਖਣਾ ਕਰੇ। ਚਾਖਤ ਹੋਏ ਰਹੇ ਬਿਸਮਾਦ। ਉਸ ਰਸ ਨੂੰ ਚਾਖਤ ਚਖਦਿਆਂ ਸਾਰ ਹੀ ਬਿਸਮਾਦ ਅਸਚਰਜ ਹੋ ਕੇ ਰਹਿ ਜਾਏਗੀ ਕਿ ਇਹ ਜਿਹੜੇ ਦੂਜੇ ਸਵਾਦ ਚਖਦੀ ਹੈ ਤੇ ਇਹਨਾਂ ਦਾ ਸਵਾਦ ਤੇਰੇ ਚੇਤੇ ਨਹੀਂ ਆਉਣਾ। ਤੂੰ ਅਸਚਰਜ ਰਹਿ ਜਾਏਗੀ ਨਾਮ ਦਾ ਰਸ ਜਦੋਂ ਤੈਂ ਚੱਖ ਲਿਆ ਕਿ ਐਸਾ ਰਸ ਹੋਰ ਕਦੇ ਦੇਖਿਆ ਵੀ ਨਹੀਂ, ਚੱਖਿਆ ਵੀ ਨਹੀਂ। ਇਤਨਾ ਨਾਮ ਦਾ ਰਸ ਹੁੰਦਾ ਹੈ। ਅੰਮ੍ਰਿਤ ਰਸਨਾ ਪੀਓ ਪਿਆਰੀ। ਹੇ ਪਿਆਰੀ ਰਸਨਾ, ਤੂੰ ਅੰਮ੍ਰਿਤ ਨਾਮ ਰਸ ਨੂੰ ਪੀਣਾ ਕਰ। ਅੰਮ੍ਰਿਤ ਰਸਨਾ ਪੀਓ ਪਿਆਰੀ। ਹੇ ਪਿਆਰੀ ਰਸਨਾ, ਤੂੰ ਅੰਮ੍ਰਿਤ ਨਾਮ ਰਸ ਨੂੰ ਪੀਣਾ ਕਰ। ਇਸ ਨਾਮ ਰਸ ਵਿੱਚ ਰੰਗ ਜਾਣ ਕੇ ਤੂੰ ਤ੍ਰਿਪਤ ਹੋ ਜਾਏਗੀ ਕਿ ਜੋ ਅੰਮ੍ਰਿਤ ਨਾਮ ਰਸ ਹੈ, ਇਸ ਅੰਮ੍ਰਿਤ ਨਾਮ ਰਸ ਵਿੱਚ ਰਾਤੀ ਰੰਗੀ ਜਾਣ ਕਰਕੇ ਤੂੰ ਤ੍ਰਿਪਤ ਹੋ ਜਾਏਗੀ, ਰੱਜ ਜਾਏਗੀ। ਭਾਵ ਹੋਰ ਰਸਾਂ ਕਸਾਂ ਦੀ ਲੋੜ ਨਹੀਂ ਰਹੇਗੀ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਹੇ ਜਿਹਬੇ ਤੂੰ ਰਾਮ ਗੁਣ ਗਾਓ। ਹੇ ਜਿਹਬੇ, ਹੇ ਰਸਨਾ, ਤੂੰ ਬਾਕ ਇੰਦਰੀ ਹੈ। ਤੂੰ ਬਾਕ ਇੰਦਰੀ ਹੈ, ਬੋਲਣ ਵਾਲੀ ਹੈ। ਤੇਰੇ ਅੰਦਰ ਬੋਲਣ ਦੀ ਸ਼ਕਤੀ ਹੈ। ਬੋਲਣ ਦੀ ਸ਼ਕਤੀ ਹੈ। ਬੋਲਣ ਦੀ ਸ਼ਕਤੀ ਹੋਣ ਕਰਕੇ ਤੂੰ ਰਾਮ ਗੁਣ ਗਾਓ। ਇਸ ਕਰਕੇ ਤੂੰ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਕਿ ਜਦੋਂ ਤੂੰ ਬੋਲਣ ਵਾਲੀ ਹੈ, ਬੋਲਣ ਦੀ ਤੇਰੇ ਅੰਦਰ ਸ਼ਕਤੀ ਹੈ, ਫਿਰ ਤੂੰ ਇਸ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਗੁਣ ਗਾਉਣ ਕਰਕੇ ਨਿਮਖ ਨਿਮਖ ਹਰ ਹਰ ਧਿਆਓ। ਹੇ ਰਸਨਾ, ਨਿਮਖ ਨਿਮਖ ਕਾਲ ਭਾਵ ਥੋੜ੍ਹੇ ਤੋਂ ਵੀ ਥੋੜ੍ਹੇ ਸਮੇਂ ਵਿੱਚ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ। ਮਨ ਵਾਣੀ ਸਰੀਰ ਕਰਕੇ ਹਰੀ ਪਰਮੇਸ਼ਰ ਹਰ ਹਰ ਨਾਮ ਨੂੰ ਧਿਆਉਣਾ ਕਰ। ਹੇ ਮੇਰੇ ਮਨਾ, ਤੂੰ ਨਿਮਖ ਅੱਖ ਝਮਕਣ ਦੇ ਸਮੇਂ ਵਿੱਚ ਸੰਕਲਪ ਉਠਾਉਣਾ ਛੱਡ ਦੇ ਕਿ ਥੋੜ੍ਹੇ ਸਮੇਂ ਵਿੱਚ ਹੀ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ, ਜੋ ਤੇਰੇ ਹਰੇਕ ਪਾਪਾਂ ਨੂੰ ਨਾਸ ਕਰ ਦੇਵੇਗਾ। ਹੇ ਮੇਰੇ ਮਨਾ, ਤੂੰ ਨਿਮਖ ਹੁੰਦਾ ਅੱਖ ਝਮਕਣ ਦੇ ਸਮੇਂ ਵਿੱਚ ਸੰਕਲਪ ਉਠਾਉਣਾ ਛੱਡ ਦੇ। ਜਿਹੜੇ ਅੰਦਰੋਂ ਫਿਰਦੇ ਹਨ, ਸੰਕਲਪ ਉੱਠਦੇ ਹਨ, ਉਸ ਨੂੰ ਅੱਖ ਝਮਕਣ ਜਿਤਨਾ ਸਮਾਂ ਤਾਂ ਰੋਕ ਕੇ ਦੇਖ ਕਿ ਥੋੜ੍ਹੇ ਸਮੇਂ ਵਿੱਚ ਹੀ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ। ਏਕ ਘੜੀ ਆਦੀ ਹੋਂ ਤੇ ਆਦ, ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਕਿ ਪਰਮੇਸ਼ਰ ਦੇ ਨਾਮ ਦੇ ਜਪਣ ਵਿੱਚ ਕਿਤਨਾ ਲਾਭ ਹੈ, ਜੋ ਤੇਰੇ ਹਰੇਕ ਪਾਪਾਂ ਨੂੰ ਨਾਸ ਕਰ ਦੇਗਾ, ਤੇਰੇ ਪਾਪ ਖਤਮ ਕਰ ਦੇਵੇਗਾ। ਆਨ ਨਾ ਸੁਣੀਐ ਕਤਹੂੰ ਜਾਈਐ। ਮਹਾਰਾਜ ਜੀ ਕਹਿਣ ਲੱਗੇ ਆਨ ਨਾ ਸੁਣੀਐ ਕਤਹੂੰ ਜਾਈਐ। ਹੇ ਰਸਨਾ, ਪਰਮੇਸ਼ਰ ਦੇ ਗੁਣਾਂ ਤੋਂ ਬਗੈਰ ਆਨ ਹੋਰ ਕੁਝ ਨਾ ਸੁਣੀਏ ਤੇ ਸਤ ਸੰਗਤ ਤੋਂ ਬਗੈਰ ਹੋਰ ਕਤਹੂੰ ਜਾਈਐ। ਕਤਹੂੰ ਕਿਤੇ ਵੀ ਨਾ ਜਾਈਏ, ਕਿਉਂਕਿ ਸਾਧ ਸੰਗਤ ਬੜ ਭਾਗੀ ਪਾਈਐ। ਕਿਉਂਕਿ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ
ਵਡਭਾਗੀ ਵੱਡੇ ਭਾਗਾਂ ਕਰਕੇ ਪਾਈਂਦੀ ਹੈ। ਹੇ ਮੇਰੇ ਕੰਨੋ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਆਨ ਹੁੰਦਾ ਹੋਰ ਕਿਸੇ ਦੀ ਦਵੈਸ ਆਦਿਕ ਦੀ ਗੱਲ ਨਾ ਸੁਣੀਏ। ਹੇ ਮੇਰੇ ਪੈਰੋ, ਤੁਸੀਂ ਵੀ ਕਤਹੋਂ ਕਿਧਰੇ ਕੁਸੰਗਤ ਵੱਲ ਚੱਲ ਕੇ ਨਾ ਜਾਇਆ ਕਰੋ। ਜੋ ਹੇ ਮੇਰੇ ਕੰਨੋ, ਸਤ ਸੰਗਤ ਤੋਂ ਬਿਨਾਂ ਹੋਰ ਕੁਝ ਨਾ ਸੁਣੋ ਅਤੇ ਨਾ ਹੀ ਕਤਹੋਂ ਕਿਤੇ ਹੋਰ ਪਾਸੇ ਗੱਲਾਂ ਸੁਣਨ ਜਾਇਆ ਕਰੋ। ਹੇ ਮੇਰੇ ਕੰਨੋ, ਜੋ ਸ਼ਰਾਵਣ ਕਰਨਾ ਹੈ ਤਾਂ ਸਤ ਸੰਗਤ ਵਿੱਚ ਜਾ ਕੇ ਹਰੀ ਜਸ ਸ਼ਰਾਵਣ ਕਰੋ। ਹੇ ਮੇਰੇ ਪੈਰੋ, ਚੱਲ ਕੇ ਜਾਣਾ ਹੈ ਤਾਂ ਸਤ ਸੰਗਤ ਵਿੱਚ ਜਾਇਆ ਕਰੋ, ਕਿਉਂਕਿ ਸਤ ਸੰਗਤ ਵਡਭਾਗੀ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦੀ ਹੈ। ਆਠ ਪਹਿਰ ਜਿਹਬੇ ਆਰਾਧ, ਪਾਰ ਬ੍ਰਹਮ ਠਾਕੁਰ ਆਗਾਦ। ਮਹਾਰਾਜ ਜੀ ਕਹਿਣ ਲੱਗੇ, ਆਠ ਪਹਿਰ ਜਿਹਬੇ ਆਰਾਧ। ਹੇ ਜਿਹਬੇ, ਹੇ ਰਸਨਾ, ਤੂੰ ਉਸ ਪਰਮੇਸ਼ਰ ਨੂੰ ਆਠ ਪਹਿਰ ਅੱਠੇ ਪਹਿਰ ਰਾਤ ਦਿਨੇ ਅਰਾਧਿਆ ਕਰ। ਜੋ ਪਾਰ ਬ੍ਰਹਮ ਠਾਕੁਰ ਆਗਾਦ, ਜੋ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਦਾ ਠਾਕੁਰ, ਸਾਰਿਆਂ ਦਾ ਸੁਆਮੀ ਤੇ ਅਗਾਧ ਡੂੰਘਾ ਹੈ, ਉਸ ਪਰਮੇਸ਼ਰ ਨੂੰ ਹੇ ਜਿਹਵਾ ਰਸਨਾ ਅੱਠੇ ਪਹਿਰ ਦਿਨ ਰਾਤ ਅਰਾਧਿਆ ਕਰ। ਈਹਾਂ ਊਹਾਂ ਸਦਾ ਸੁਹੇਲੀ। ਹੇ ਰਸਨਾ, ਇਉਂ ਹੀ ਈਹਾਂ ਇਸ ਲੋਕ ਵਿੱਚ ਵੀ ਅਤੇ ਊਹਾਂ ਪਰਲੋਕ ਵਿੱਚ ਵੀ ਹਮੇਸ਼ਾ ਸੁਹੇਲੀ ਸੁਖੀ ਹੋ ਜਾਏਗੀ। ਹੇ ਰਸਨਾ, ਤੂੰ ਹਰ ਗੁਣ ਗਾਵਤ ਰਸਨ ਅਮੋਲੀ। ਹੇ ਰਸਨਾ, ਤੂੰ ਹਰੀ ਦੇ ਗੁਣ, ਹਰੀ ਦੇ ਗੁਣਾ, ਹਰੀ ਦੇ ਜਸ ਨੂੰ ਗਾਉਂਦੀ ਹੋਈ ਅਮੋਲੀ ਅਮੋਲਕ ਬਣ ਜਾਏਗੀ। ਈਹਾਂ ਊਹਾਂ ਸਦਾ ਸਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਹੇ ਰਸਨਾ, ਇਉਂ ਤੂੰ ਈਹਾਂ ਇਸ ਲੋਕ ਵਿੱਚ ਵੀ ਅਤੇ ਊਹਾਂ ਪਰਲੋਕ ਵਿੱਚ ਵੀ ਹਮੇਸ਼ਾ ਸੁਹੇਲੀ ਸੁਖੀ ਹੋ ਜਾਏਗੀ। ਹਰ ਗੁਣ ਗਾਵਤ ਰਸਨ ਅਮੋਲੀ। ਰਸਨ, ਹੇ ਰਸਨਾ, ਤੂੰ ਹਰੀ ਦੇ ਗੁਣਾਂ ਨੂੰ ਗਾਉਂਦੀ ਹੋਈ ਅਮੋਲੀ ਅਮੋਲਕ ਬਣ ਜਾਏਗੀ। ਬਨਸਪਤ ਮੌਲੀ ਫਲ ਫੁੱਲ ਪੇਡੇ। ਬਨਸਪਤ ਮੌਲੀ ਫਲ ਫੁੱਲ ਪੇਡੇ, ਕਿ ਉਸ ਵਾਹਿਗੁਰੂ ਦੀ ਸਤਾ ਨਾਲ 18 ਵਾਰ ਬਨਸਪਤੀ ਮੌਲੀ ਪ੍ਰਫੁੱਲਤ ਹੋ ਰਹੀ ਹੈ। ਉਸ ਵਾਹਿਗੁਰੂ ਦੀ ਸਤਾ ਨਾਲ 18 ਭਾਰ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ ਅਤੇ ਫਲ ਫੁੱਲ ਪੇਡੇ, ਪੇਡੇ ਬੂਟਿਆਂ ਨੂੰ ਫਲ ਅਤੇ ਫੁੱਲ ਲੱਗੇ ਹੋਏ ਹਨ। ਇਹ ਸੰਸਾਰ ਰੂਪੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ ਅਤੇ ਦੇਹਾਂ ਰੂਪੀ ਪੇਡੇ, ਦੇਹਾਂ ਰੂਪੀ ਬੂਟਿਆਂ ਨੂੰ ਦੁੱਖ ਤੇ ਸੁੱਖ ਰੂਪ ਫਲ ਅਤੇ ਕਰਮ ਤੇ ਧਰਮ ਰੂਪੀ ਫੁੱਲ ਲੱਗੇ ਹੋਏ ਹਨ। ਇਸੇ ਪ੍ਰਕਾਰ ਵਾਹਿਗੁਰੂ ਦੀ ਸਤ ਸੰਗ ਰੂਪੀ ਬਨਸਪਤੀ ਸ਼ੁਭ ਗੁਣਾ ਕਰਕੇ ਬੜੀ ਮੌਲ ਰਹੀ ਹੈ। ਸਤ ਸੰਗੀ ਕਿ ਜਗਿਆਸੂ ਰੂਪੀ ਬੂਟਿਆਂ ਨੂੰ ਗਿਆਨ ਰੂਪੀ ਫਲ ਲੱਗਿਆ ਹੋਇਆ ਹੈ, ਐਸੇ ਧਰਮ ਰੂਪੀ ਫੁੱਲ ਲੱਗੇ ਹੋਏ ਹਨ। ਇਹ ਰਸ ਰਾਤੀ ਬਹੁੜ ਨਾ ਛੋਡੇ। ਹੇ ਰਸਨਾ, ਜੇ ਤੂੰ ਵਾਹਿਗੁਰੂ ਦੇ ਰਸ ਵਿੱਚ ਰੰਗੀ ਜਾਵੇਂ ਤਾਂ ਬਹੁਰ ਨਾ ਛੋਡੇ। ਬਹੁਰ ਫਿਰ ਕਦੇ ਵੀ ਤੂੰ ਇਸ ਨੂੰ ਛੋਡੇ ਛੱਡੇਗੀ ਨਹੀਂ। ਜੇਕਰ ਤੂੰ ਜਗਿਆਸਣਾ ਵਾਲੇ ਰੰਗ ਵਿੱਚ ਰੰਗੀ ਜਾਏਗੀ ਤਾਂ ਮੁੜ ਕੇ ਪ੍ਰਭੂ ਦੇ ਆਨੰਦ ਨੂੰ ਕਦੇ ਛੱਡੇਗੀ ਨਹੀਂ। ਕਿ ਇਹ ਰਸ ਰਾਤੀ ਬਹੁਰ ਨਾ ਛੋਡੇ, ਕਿ ਹੇ ਰਸਨਾ, ਜੇਕਰ ਤੂੰ ਵਾਹਿਗੁਰੂ ਦੇ ਰਸ ਵਿੱਚ ਰਾਤੀ ਰੰਗੀ ਜਾਵੇਂ ਤਾਂ ਬਹੁਰ ਨਾ ਛੋਡੇ। ਬਹੁਰ ਫੇਰ ਕਦੇ ਵੀ ਤੂੰ ਇਸ ਨੂੰ ਛੱਡੇਗੀ ਨਹੀਂ। ਜੇਕਰ ਤੂੰ ਜਗਿਆਸਣਾ ਵਾਲੇ ਰੰਗ ਵਿੱਚ ਰੰਗੀ ਜਾਵੇਂਗੀ ਤਾਂ ਮੁੜ ਕੇ ਪ੍ਰਭੂ ਦੇ ਆਨੰਦ ਨੂੰ ਕਦੇ ਛੱਡ ਨਹੀਂ ਸਕੇਗੀ।
ਆਨ ਨਾ ਰਸ ਕਸ ਲਵੈ ਨ ਲਾਈ। ਆਨ ਨਾ ਰਸ ਕਸ ਲਵੈ ਨ ਲਾਈ। ਆਨ ਹੋਰ ਕੋਈ ਰਸ ਕਸ ਨਾਮ ਦੇ ਤੁਲ ਨਹੀਂ ਹੋ ਸਕਦਾ, ਅਤੇ ਨਾ ਹੀ ਪਰਮੇਸ਼ਰ ਦੇ ਨਾਮ ਦੇ ਸਦਰਸ ਕੋਈ ਲੱਗ ਸਕਦਾ ਹੈ। ਆਨ ਨਾ ਰਸ ਕਸ ਲਵੈ ਨ ਲਾਈ, ਕਿ ਆਨ ਹੋਰ ਕੋਈ ਰਸ ਕਸ ਨਾਮ ਦੇ ਤੁਲ ਨਹੀਂ ਹੋ ਸਕਦਾ, ਅਤੇ ਨਾ ਹੀ ਪਰਮੇਸ਼ਰ ਦੇ ਨਾਮ ਦੇ ਲਵੈ ਹੁੰਦਾ ਸਦਰਸ ਬਰਾਬਰ ਕੋਈ ਲੱਗ ਸਕਦਾ ਹੈ। ਹੇ ਰਸਨਾ, ਜੋ ਤੂੰ ਆਨਨ ਮੂੰਹ ਦੇ ਨਾਲ ਰਸਾਂ ਅਤੇ ਕਸਾਂ ਨੂੰ ਖਾਂਦੀ ਹੈ, ਪਰਮੇਸ਼ਰ ਦੇ ਨਾਮ ਰਸ ਨੂੰ ਬਰਾਬਰ ਤਾਂ ਕੋਈ ਚੀਜ਼ ਨਹੀਂ ਲੱਗ ਸਕਦੀ। ਪਰਮੇਸ਼ਰ ਦੇ ਨਾਮ ਰਸ ਦੇ ਲਵੈ ਬਰਾਬਰ ਤਾਂ ਕੋਈ ਚੀਜ਼ ਨਹੀਂ ਲੱਗ ਸਕਦੀ। ਕਹੋ ਨਾਨਕ ਗੁਰ ਭਏ ਹੈ ਸਹਾਈ। ਕਹੋ ਨਾਨਕ ਗੁਰ ਭਏ ਹੈ ਸਹਾਈ। ਸਤਿਗੁਰੂ ਸਾਹਿਬ ਜੀ ਕਹੋ ਕਹਿੰਦੇ ਹਨ ਕਿ ਹੇ ਰਸਨਾ, ਜਿਨ੍ਹਾਂ ਦੇ ਸਹਾਈ ਸਹਾਇਕ ਗੁਰੂ ਸਾਹਿਬ ਜੀ ਹੋਏ ਹਨ, ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਨਾਮ ਦੇ ਤੁਲ ਕੋਈ ਚੀਜ਼ ਨਹੀਂ ਹੈ। ਆਨ ਨਾ ਰਸ ਕਸ ਲਵੈ ਨ ਲਾਈ। ਕਹੋ ਨਾਨਕ ਗੁਰ ਭਏ ਹੈ ਸਹਾਈ, ਕਿ ਹੋਰ ਕੋਈ ਰਸ ਕਸ ਨਾਮ ਦੇ ਤੁਲ ਨਹੀਂ ਹੋ ਸਕਦਾ, ਤੇ ਨਾ ਹੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਲੱਗ ਸਕਦਾ ਹੈ। ਹੇ ਰਸਨਾ, ਜੋ ਤੂੰ ਆਨਨ ਹੁੰਦਾ ਮੂੰਹ ਦੇ ਨਾਲ ਰਸਾਂ ਅਤੇ ਕਸਾਂ ਨੂੰ ਖਾਂਦੀ ਹੈ, ਪਰਮੇਸ਼ਰ ਦਾ ਨਾਮ ਰਸ ਦੇ ਬਰਾਬਰ ਤਾਂ ਕੋਈ ਚੀਜ਼ ਨਹੀਂ ਲੱਗ ਸਕਦੀ। ਕਹੋ ਨਾਨਕ ਗੁਰ ਭਏ ਹੈ ਸਹਾਈ। ਸਤਿਗੁਰੂ ਜੀ ਕਹੋ ਕਹਿੰਦੇ ਹਨ, ਕਥਨ ਕਰਦੇ ਹਨ ਕਿ ਹੇ ਰਸਨਾ, ਜਿਨ੍ਹਾਂ ਦੇ ਸਹਾਇਕ ਗੁਰੂ ਸਾਹਿਬ ਜੀ ਹੋਏ ਹਨ, ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਨਾਮ ਦੇ ਤੁਲ, ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਮਨ ਮੰਦਰ ਤਨ ਸਾਜੀ ਵਾਰ, ਇਸ ਹੀ ਮਦੇ ਬਸਤ ਅਪਾਰ। ਇਸ ਹੀ ਭੀਤਰ ਸੁਨੀਅਤ ਸਾਹੋ, ਕਬਨ ਵਪਾਰੀ ਜਾਂ ਕਾ ਊਹਾ ਬਿਸਾਹੋ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਸਿੱਖਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀਆਂ ਕਰਿਆ ਕਰੋ ਕਿ ਮਨ ਮੰਦਰ ਤਨ ਸਾਜੀ ਵਾਰ। ਹੇ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਰੂਪੀ ਮੰਦਰ ਦੇ ਇਰਦ ਗਿਰਦ ਸਥੂਲ ਸਰੀਰ ਰੂਪੀ ਬਾੜ ਸਜਾਉਣਾ ਕੀਤੀ ਹੈ। ਮਨ ਮੰਦਰ ਤਨ ਸਾਜੀ ਵਾਰ। ਹੇ ਸੱਚੇ ਪਾਤਸ਼ਾਹ ਪਰਮੇਸ਼ਰ, ਕਿ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਰੂਪੀ ਮੰਦਰ ਦੇ ਇਰਦ ਗਿਰਦ ਤਨ ਹੁੰਦਾ ਸਥੂਲ ਸਰੀਰ ਰੂਪੀ, ਬਾਰ ਹੁੰਦਾ ਬਾੜ ਸਜਾਉਣਾ ਕੀਤੀ ਹੈ। ਇਸ ਹੀ ਮਦੇ ਬਸਤ ਅਪਾਰ। ਇਸੇ ਮਨ ਰੂਪੀ ਮੰਦਰ ਦੇ ਮਦੇ ਹੁੰਦਾ ਵਿੱਚ ਹੀ ਬੇਅੰਤ ਗੁਣਾ ਰੂਪੀ ਵਸਤੂਆਂ ਹਨ। ਇਸ ਹੀ ਭੀਤਰ ਸੁਨੀਅਤ ਸਾਹੂ। ਇਸ ਮਨ ਰੂਪੀ ਮੰਦਰ ਦੇ ਭੀਤਰ ਵਿੱਚ ਹੀ ਸਾਹੂ ਕਾ ਰੂਪ ਪਰਮੇਸ਼ਰ ਵਸਦਾ ਸੁਨੀਅਤ ਸੁਣਿਆ ਜਾਂਦਾ ਹੈ। ਵੇਦਾਂ ਸ਼ਾਸਤਰਾਂ ਰਿਸ਼ੀਆਂ ਮੁਨੀਆਂ ਸੱਤ ਪੁਰਖਾਂ ਪਾਸੋਂ ਸੁਣਿਆ ਗਿਆ ਹੈ ਕਿ ਇਸ ਮਨ ਰੂਪੀ ਮੰਦਰ ਦੇ ਵਿੱਚ ਸਾਹੂਕਾਰ ਰੂਪ ਪਰਮੇਸ਼ਰ ਵਸਦਾ ਹੈ। ਕਾਬਨ ਵਪਾਰੀ ਜਾਂ ਕਾ ਊਹਾ ਬਿਸਾਹੂ। ਕਿ ਕਾਬਨ ਵਪਾਰੀ ਜਾਂ ਕਾ ਊਹਾ ਬਿਸਾਹੂ। ਉਸ ਸਾਹੂਕਾਰ ਪਰਮੇਸ਼ਰ ਨਾਲ ਵਣਜ ਕਰਨ ਵਾਲਾ ਵਪਾਰੀ ਕਾਬਨ ਕਿਹੜਾ ਹੈ, ਜਾਂ ਉਸ ਸਾਹੂਕਾਰ ਪਰਮੇਸ਼ਰ ਉੱਤੇ ਬਿਸਾਹੂ ਭਰੋਸਾ ਹੈ, ਉਹ ਹੀ ਵਪਾਰ ਕਰਨ ਵਾਲਾ ਹੈ।
ਨਾਮ ਰਤਨ ਕੋ ਵਿਵਹਾਰੀ। ਨਾਮ ਰੂਪੀ ਰਤਨ ਦਾ ਕੋ ਕੌਣ ਕੌਣ ਵਪਾਰੀ ਹੈ। ਅੰਮ੍ਰਿਤ ਭੋਜਨ ਕਰੇ ਆਹਾਰੀ। ਜਿਹੜਾ ਅੰਮ੍ਰਿਤ ਰੂਪੀ ਭੋਜਨ ਦੀ ਆਹਾਰੀ ਖੁਰਾਕ ਕਰਦਾ ਹੈ, ਉਹ ਹੀ ਨਾਮ ਰਤਨ ਦਾ ਅਧਿਕਾਰੀ ਰੂਪ ਵਪਾਰੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਜਿਹੜਾ ਨਾਮ ਦਾ ਵਪਾਰੀ ਹੈ, ਕਿ ਉਹੀ ਮਹਾਰਾਜ ਜੀ ਸਮਝਾ ਰਹੇ ਹਨ, ਉਹੀ ਵਣਜ ਕਰਨ ਦਾ ਵਪਾਰੀ ਹੈ। ਜਿਹੜਾ ਹਿਰਦੇ ਦੇ ਵਿੱਚ ਨਾਮ ਜਪਦਾ ਹੈ, ਉਹੀ ਨਾਮ ਦਾ ਵਪਾਰੀ ਹੈ। ਇਹ ਜੀਵ ਨਾਮ ਦਾ ਲਾਹਾ ਲੈਣ ਵਾਸਤੇ ਆਇਆ ਹੈ, ਮਨੁੱਖਾ ਜਨਮ ਦਾ ਲਾਹਾ ਲੈਣ ਵਾਸਤੇ ਆਇਆ ਹੈ। ਪਰ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਖਪਕੜੇ ਸਭ ਮੁਕਦੀ ਝੱਲੀ ਰਹਿਣ। ਇਹ ਤੇਰੀ ਜਿਹੜੀ ਸਵਾਸਾ ਰੂਪੀ ਸਮਾਂ ਰੂਪੀ ਰਾਤ ਹੈ, ਲੰਘਦੀ ਜਾਂਦੀ ਹੈ। ਹੋਰ ਹੋਰ ਕੰਮਾਂ ਦੇ ਵਿੱਚ ਲੱਗ ਕੇ ਨਾਮ ਨੂੰ ਭੁਲਾਈ ਬੈਠਾ ਹੈ, ਅਤੇ ਤੂੰ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਮਨੁੱਖਾ ਜਨਮ ਸਫਲਾ ਕਰਨ ਵਾਸਤੇ ਆਇਆ ਹੈ ਕਿ ਨਾਮ ਜਪਿਆ ਕਰ। ਨਾਮ ਜਪ ਕੇ ਹੀ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ